ਸਤਨਾਮ। ਵਾਹਿਗੁਰੂ ਜੀ। ਧੰਨ ਵਾਹਿਗੁਰੂ ਸਾਹਿਬ ਜੀਓ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਅੱਖੀ ਅੰਦਰ ਵੇਖਦਾ ਸਭ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ। ਆਖਾਣ ਵਿਖਾਣਾ ਜੀਭੈ ਅੰਦਰ ਬੋਲਦਾ। ਬਹੁ ਸਾਧ ਲੁਭਾਣਾ, ਹੱਥੀ ਕਿਰਤ ਕਮਾਵੰਦਾ। ਪੱਗ ਚੱਲੈ ਸੁਜਾਣਾ, ਦੇਹੀ ਅੰਦਰ ਇੱਕ ਮਨ। ਇੰਦਰੀ ਲੋਭਾਣਾ, ਦੇਹੀ ਅੰਦਰ ਇੱਕ ਮਨ। ਇੰਦਰੀ ਪਰਵਾਣਾ, ਆਪੇ ਆਪ ਵਰਤਦਾ। ਗੁਰਮੁਖ ਸੁਖ ਮਾਣਾ, ਆਪੇ ਆਪ ਵਰਤਦਾ। ਗੁਰਮੁਖ ਸੁਖ ਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਸਤਰ ਤਖਤ ਦੇ ਮਾਲਕ। ਗੁਰਤਾ ਗੱਦੀ ਤੇ ਵਿਰਾਜਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਓ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਜੋ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਰਹੇ ਹਾਂ। ਕੱਲ੍ਹ ਆਪਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੋ ਅਰਦਾਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਕੱਲ੍ਹ ਬੇਨਤੀ ਕੀਤੀ ਸੀ ਕਿ ਮਨ ਕੀ ਹੈ, ਮਨ ਦੀਆਂ ਉਡਾਰੀਆਂ ਕਿਹੋ ਜਿਹੀਆਂ ਹਨ, ਇਸ ਦਾ ਟਿਕਾ ਕਿਵੇਂ ਆ ਸਕਦਾ ਹੈ, ਇਸ ਮਨ ਨੂੰ ਨੀਵਾਂਪਣ ਕਿਵੇਂ ਮਿਲੇ। ਅੱਜ ਮਨ ਉੱਚੀ, ਜੋ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਰਾਖਾ ਕਿਵੇਂ ਬਣਦੇ ਹਨ, ਅਸੀਂ ਵਿਚਾਰਨਾ ਹੈ।
ਮਨ ਦਾ ਸੁਭਾਅ ਇੱਕ ਪੰਛੀ ਦੀ ਤਰ੍ਹਾਂ ਹੈ। ਜਿਵੇਂ ਇੱਕ ਪੰਛੀ ਆਪਣੇ ਖੰਭਾਂ ਦੇ ਨਾਲ ਉੱਡਦਾ ਹੈ ਤੇ ਇਹ ਜਿਹੋ ਜਿਹੇ ਰੁੱਖ ਦੇ ਉੱਪਰ ਜਾ ਕੇ ਉਹਨੇ ਆਪਣਾ ਟਿਕਾਣਾ ਬਣਾਉਣਾ ਹੈ, ਉਹੋ ਜਿਹੇ ਰੁੱਖ ਦੇ ਫਲਾਂ ਨੂੰ ਉਹ ਚੁੰਝ ਮਾਰ ਕੇ ਖਾਣ ਲੱਗ ਪੈਂਦਾ ਹੈ। ਮਨ ਦਾ ਸੁਭਾਅ ਹੈ ਕਿ ਇਹ ਇੱਕ ਖਿਣ ਵੀ ਟਿਕਦਾ ਨਹੀਂ। ਜਿਹੜਾ ਮਨ ਖਿਡਾਊ ਦੇ ਵਿੱਚ ਹੈ, ਖਿੰਡੇ ਹੋਏ ਮਨ ਵਿੱਚ ਰੰਚਕ ਮਾਤਰ ਵੀ ਟਿਕਾਊ ਨਹੀਂ। ਬਾਬਾ ਕਬੀਰ ਸਾਹਿਬ ਜੀ ਦੇ ਜਦੋਂ ਵਚਨ ਪੜ੍ਹਦੇ ਹਾਂ ਤਾਂ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿਦ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਸ ਥਾਂ ਤੇ ਇਹ ਮਨ ਬੈਠੇਗਾ, ਉਹ ਕੁਝ ਹੀ ਆਪਣੇ ਮਨ ਨੇ ਆਪਣੇ ਅੰਦਰ ਉਹਨਾਂ ਗੁਣਾਂ ਜਾਂ ਔਗਣਾਂ ਨੂੰ ਆਪਣੇ ਅੰਦਰ ਸੰਚਿਤ ਕਰ ਲੈਣਾ ਹੈ। ਮਨ ਆਪਣੀ ਮਰਜ਼ੀ ਕਿੰਨੀ ਕੁ ਕਰਦਾ ਹੈ। ਮਨ ਕਿਤੇ ਮੱਤ ਦੇ ਥੱਲੇ ਚੱਲਦਾ ਹੋਵੇ ਤੇ ਮੱਤ ਹੋਵੇ ਗੁਰੂ ਦੇ ਆਸਰੇ, ਫਿਰ ਇਹਦੇ ਦੇਖਣ ਵਿੱਚ, ਇਹਦੇ ਖਾਣ ਵਿੱਚ, ਇਹਦੇ ਬੋਲਣ ਵਿੱਚ, ਇਹਦੇ ਪਹਿਨਣ ਵਿੱਚ, ਇਹਦੇ ਸੁਣਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਵੇਗਾ। ਇੱਕ ਮਨ ਅੱਖਾਂ ਦੇ ਨਾਲ ਆਪ ਵੇਖਦਾ ਪਿਆ ਏ। ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਜ਼ਰੂਰ ਕਹਿੰਦੇ ਹਾਂ ਕਿ ਬੰਦਾ ਅੱਖਾਂ ਦੇ ਨਾਲ ਦੇਖਦਾ ਪਿਆ ਏ। ਅੱਖਾਂ ਦੇਖਦੀਆਂ ਨੇ ਤੇ ਉਸ ਦਾ ਆਨੰਦ ਮਨ ਮਾਣਦਾ ਪਿਆ ਏ। ਕੰਨਾਂ ਦੇ ਨਾਲ ਅਸੀਂ ਸੁਣਦੇ ਹਾਂ, ਪਰ ਕੰਨਾਂ ਦੇ ਵਿੱਚ ਬੈਠਾ ਹੋਇਆ ਮਨ ਹੀ ਸਭ ਕੁਝ ਸੁਣਦਾ ਪਿਆ ਏ। ਜ਼ੁਬਾਨ ਦੇ ਨਾਲ ਅਸੀਂ ਬੋਲਦੇ ਹਾਂ, ਪਰ ਚੇਤੇ ਰੱਖਿਓ ਜ਼ੁਬਾਨ ਬਾਅਦ ਦੇ ਵਿੱਚ ਬੋਲਦੀ ਹੈ, ਅਸਲ ਵਿੱਚ ਜ਼ੁਬਾਨ ਵਿੱਚ ਮਨ ਪਿਆ ਬੋਲਦਾ ਹੈ। ਹੱਥਾਂ ਦੇ ਨਾਲ ਕੋਈ ਕੰਮ ਕਰਨ ਤੁਰਦੇ ਹਾਂ ਤਾਂ ਹੱਥਾਂ ਦੇ ਵਿੱਚ ਵੀ ਕੰਮ ਮਨ ਪਿਆ ਕਰਦਾ ਹੈ। ਪੈਰਾਂ ਦੇ ਨਾਲ ਤੁਰਨਾ ਸ਼ੁਰੂ ਕਰਦੇ ਹਾਂ ਤੇ ਪੈਰਾਂ ਦੇ ਨਾਲ ਵੀ ਅਸਲ ਵਿੱਚ ਮਨ ਤੁਰਦਾ ਪਿਆ ਏ। ਅਸੀਂ ਕਹਾਂਗੇ ਇਹ ਕਿਵੇਂ? ਭਾਈ ਗੁਰਦਾਸ ਜੀ ਕਹਿੰਦੇ ਹਨ, ਜਦੋਂ ਅੱਖਾਂ ਦੇਖਦੀਆਂ ਹਨ ਤੇ ਇੱਕ ਗੱਲ ਦਾ ਖਿਆਲ ਕਰੀ ਕਿ ਅੱਖਾਂ ਬਾਅਦ ਦੇ ਵਿੱਚ ਦੇਖਣ ਜਾਂਦੀਆਂ ਨੇ, ਪਹਿਲਾਂ ਮਨ ਦੇ ਵਿੱਚ ਇਹ ਸੰਕਲਪ ਜਾਂ ਵਿਕਲਪ ਉੱਠਦੇ ਹੈ ਕਿ ਮੈਂ ਇਹ ਚੰਗੀ ਜਾਂ ਮੰਦੀ ਚੀਜ਼ ਵੇਖਣੀ ਹੈ। ਅੱਖਾਂ ਬਾਅਦ ਦੇ ਵਿੱਚ ਵੇਖਦੀਆਂ ਨੇ, ਪਹਿਲਾਂ ਮਨ ਦੇ ਵਿੱਚ ਸੰਕਲਪ ਜਾਂ ਵਿਕਲਪ ਉੱਠਦੇ ਹੈ। ਇਕਨਾਂ ਦੇ ਮਨ ਵਿੱਚ ਫੁਰਨਾ ਉੱਠਿਆ। ਮਨ ਨੇ ਕਿਹਾ ਕਿ ਮੈਂ ਗੁਰੂ ਘਰ ਜਾਣਾ ਜ਼ਰੂਰ ਹੈ। ਮਨ ਦੇ ਫੁਰਨੇ ਨੂੰ, ਅੱਖਾਂ ਨੂੰ ਗੁਰੂ ਦੇ ਕੋਲ ਲੈ ਕੇ ਆਉਂਦਾ ਹੈ। ਇਕਨਾਂ ਦੇ ਮਨ ਦੇ ਵਿੱਚ ਫੁਰਨਾ ਉੱਠਿਆ ਕਿ ਦੁਨੀਆ ਦੀਆਂ ਰੰਗ ਰਲੀਆਂ ਦੇਖਣੀਆਂ ਨੇ। ਮਨ ਉਹਨਾਂ ਨੂੰ ਰੰਗ ਰਲੀਆਂ ਵਾਲੇ ਪਾਸੇ ਲੈ ਤੁਰਿਆ। ਇਕਨਾਂ ਦੇ ਮਨ ਨੇ ਕਿਹਾ ਕਿ ਮੈਂ ਗੁਰੂ ਦੀ ਬਾਣੀ ਸੁਣਨੀ ਹੈ। ਸੁਣਨਾ ਕੰਨਾਂ ਨੇ ਸੀ, ਪਰ ਮਨ ਸੀ, ਉਸ ਮਨ ਦੇ ਉੱਤੇ ਸੀ ਮੱਤ। ਮੱਤ ਦੇ ਉੱਤੇ ਸੀ ਗੁਰੂ। ਜਿਨ੍ਹਾਂ ਦੀ ਮੱਤ ਦੇ ਉੱਤੇ ਗੁਰੂ ਬੈਠਾ ਸੀ, ਉਹ ਕੰਨਾਂ ਦੇ ਨਾਲ ਕੀਰਤਨ ਸੁਣਨ ਵਾਲੇ ਪਾਸੇ ਤੁਰੇ। ਕਹਿਣ ਲੱਗੇ ਆਪਾਂ ਚੱਲੀਏ। ਜਿਨ੍ਹਾਂ ਦੀ ਮੱਤ ਦੇ ਉੱਤੇ ਗੁਰੂ ਬੈਠਦਾ ਸੀ, ਉਹਨਾਂ ਦੇ ਮਨ ਨੇ ਹੁਕਮ ਕੀਤਾ ਕਿ ਆਪਾਂ ਚੱਲੀਏ ਤੇ ਚੱਲ ਕੇ ਕਿਤੇ ਬੈਠ ਕੇ 2 ਘੜੀਆਂ ਗੁਰੂ ਗੁਰੂ ਕਰਾਂਗੇ। ਕਿਉਂਕਿ ਜੇ ਮਨ ਦੇ ਉੱਤੇ ਮਨ ਹੋਵੇਗਾ ਤਾਂ ਮਨਮੱਤ ਬੰਦਾ ਕਰੇਗਾ, ਤੇ ਜਿਸ ਦਿਨ ਮੱਤ ਦੇ ਉੱਤੇ ਗੁਰੂ ਬੈਠਾ ਹੋਵੇਗਾ ਤਾਂ ਉਸ ਦਿਨ ਹਰ ਕਰਮ ਦੇ ਵਿੱਚ ਇਹ ਆਪਣੇ ਗੁਰੂ ਦੀ ਮੱਤ ਨੂੰ ਮੁੱਖ ਰੱਖੇਗਾ। ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਨੇ ਵਚਨ ਕਹੇ, ਅੱਖੀ ਅੰਦਰ ਵੇਖਦਾ ਸਭ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜੀਭੇ ਅੰਦਰ ਬੋਲਦਾ ਬਹੁ ਸਾਧ ਲੁਭਾਣਾ। ਕਹਿੰਦੇ ਜਿਸ ਦਿਨ ਕੋਈ ਚੀਜ਼ ਖਾਣ ਦੇ ਫੁਰਨੇ ਪੈਦਾ ਹੋਣ, ਖਾਂਦੀ ਤਾਂ ਜੀਭ ਪਈ ਹੈ ਪਰ ਇੱਛਾ ਸ਼ਕਤੀ ਤਾਂ ਮਨ ਦੀ ਸੀ। ਕਹਿਣ ਲੱਗੇ ਹੱਥੀ ਕਿਰਤ ਕਮਾਵਦਾ
पग चलै सुजाना, देही अंदर एक मन, इंद्री परवाना, आपे आप वरतदा, गुरमुख सुख माना। ਸਰੀਰ ਪੰਜਾਂ ਤੱਤਾਂ ਦਾ ਹੈ, ਇੰਦਰੇ ਇਹਦੇ ਵਸ ਹਨ। ਪਰ ਕਹਿੰਦੇ ਨੇ ਦਸਾਂ ਇੰਦਰੀਆਂ ਨੂੰ ਇੱਕ ਮਨ ਨੇ ਕਾਬੂ ਕੀਤਾ ਹੋਇਆ ਹੈ। ਜੋ ਮਨ ਕਹਿੰਦਾ ਉਹ ਚੱਲਦੀ ਹੈ। ਸਾਡੀ ਮੱਤ ਉੱਚੀ ਹੋਣੀ ਅਤ ਜ਼ਰੂਰੀ ਹੈ। ਉੱਚੀ ਮੱਤ ਦਾ ਭਾਵ ਕੀ ਸੀ? ਕੀ ਉੱਚੀਆਂ ਗੱਲਾਂ ਕਰਨ ਦੇ ਨਾਲ ਮੱਤ ਉੱਚੀ ਹੋ ਜਾਂਦੀ ਹੈ? ਪਹਿਲੀ ਗੱਲ, ਜਿਨ੍ਹਾਂ ਨੇ ਗੁਰੂ ਤੋਂ ਮਨ ਨੀਵਾਂ ਕਰਨ ਦੀ ਜਾਂਚ ਸਿੱਖਣੀ ਹੈ, ਉਹ ਆਪਣੇ ਮਨ ਨੂੰ ਆਪਣਾ ਨਾ ਰਹਿਣ ਦੇਣ, ਉਹ ਆਪਣੇ ਮਨ ਨੂੰ ਗੁਰੂ ਦਾ ਬਣਾ ਦੇਣ। ਕਈ ਵਾਰੀ ਭੁਲੇਖਾ ਪੈਂਦਾ ਹੈ ਕਿ ਬੰਦੇ ਦੀ ਮੱਤ ਉੱਚੀ ਹੈ, ਪਰ ਹਕੀਕਤ ਵਿੱਚ ਗੱਲਾਂ ਉੱਚੀਆਂ ਹੁੰਦੀਆਂ ਨੇ, ਮੱਤ ਉੱਚੀ ਨਹੀਂ ਹੁੰਦੀ। ਪਰ ਹਕੀਕਤ ਵਿੱਚ ਜਿਹੜਾ ਅੰਦਰ ਹੈ ਉਹ ਉਸੇ ਤਰ੍ਹਾਂ ਨੀਵੇਂਪਣ ਦੇ ਵਿੱਚ ਰਹਿੰਦਾ ਹੈ। ਗੱਲ ਉੱਚੀ ਕਰਨ ਦੇ ਨਾਲ ਕਦੀ ਵੀ ਮੱਤ ਉੱਚੀ ਨਹੀਂ ਹੁੰਦੀ। ਮੱਤ ਉੱਚੀ ਤਾਂ ਹੋਵੇਗੀ ਜੇ ਮੱਤ ਦੇ ਉੱਤੇ ਗੁਰੂ ਦਾ ਸ਼ਬਦ ਟਿਕਿਆ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਕਈ ਵਾਰੀ ਜਿਹੜੀ ਚੀਜ਼ ਉੱਚੀ ਹੁੰਦੀ ਹੈ, ਹਕੀਕਤ ਵਿੱਚ ਉਹਦਾ ਅੰਦਰ ਨੀਵਾਂ ਹੁੰਦਾ ਹੈ। ਖਿਆਲ ਉੱਚੇ ਹੋਣਗੇ ਪਰ ਮੱਤ ਉੱਚੀ ਨਹੀਂ। ਭਾਈ ਸਾਹਿਬ ਜੀ ਕਹਿੰਦੇ ਇੱਕ ਬੰਦਾ ਮਾਲਾ ਹੱਥ ਦੇ ਵਿੱਚ ਫੜਦਾ ਹੈ। ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਸਮਝਾਉਣ ਦੇ ਵਾਸਤੇ ਕਿ ਹੱਥ ਦੇ ਵਿੱਚ ਇੱਕ ਬੰਦਾ ਮਾਲਾ ਫੜਦਾ ਹੈ, ਤੇ ਜਦੋਂ ਉਹ ਮਾਲਾ ਫੜਦਾ ਹੈ ਤਾਂ ਮਾਲਾ ਦੇ ਵਿੱਚ ਇੱਕ ਇੱਕ ਮਣਕੇ ਨੂੰ ਫੜ ਕੇ ਰਾਮ ਰਾਮ ਜਾਂ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ। ਸਾਰੇ ਮਣਕੇ ਗਿਣਤੀ ਦੇ ਵਿੱਚ ਆ ਗਏ। ਜਿਹੜਾ ਸਭ ਤੋਂ ਸ਼੍ਰੋਮਣੀ ਮਣਕਾ ਹੈ, ਜਿਹੜਾ ਮਾਲਾ ਦੇ ਵਿੱਚ ਇੱਕ ਉੱਚਾ ਮਣਕਾ ਪਰੋਇਆ ਹੁੰਦਾ ਹੈ, ਉਹਨੂੰ ਕਿਹਾ ਜਾਂਦਾ ਹੈ ਮੇਰੂ ਮਣਕਾ। ਸਾਰੇ ਮਣਕੇ ਗਿਣਤੀ ਦੇ ਵਿੱਚ ਆਉਣਗੇ, ਪਰ ਇਹ ਕਦੀ ਵੀ ਨਾ ਭੁੱਲੀਏ ਕਿ ਮੇਰੂ ਮਣਕਾ ਕਦੀ ਵੀ ਗਿਣਤੀ ਦੇ ਵਿੱਚ ਨਹੀਂ ਆਉਂਦਾ। ਇਹਦਾ ਕਾਰਨ ਕੀ ਹੈ? ਕਹਿਣ ਲੱਗੇ ਸਭ ਤੋਂ ਉੱਚਾ ਬਣਿਆ ਬੈਠਾ ਹੈ। ਮੇਰੂ ਜ਼ਰੂਰ ਕਹਿੰਦੇ ਨੇ, ਪਰ ਹਕੀਕਤ ਵਿੱਚ ਇਹਦੀ ਗਿਣਤੀ ਕੋਈ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਉੱਚਾ ਕਰੀ ਬੈਠਾ ਹੈ ਤਾਂ ਸੱਚ ਜਾਣੀ, ਜੇ ਤੇਰੇ ਅੰਦਰ ਨਾਮ ਨਹੀਂ, ਸਿਮਰਨ ਨਹੀਂ, ਹਰ ਮਣਕਾ ਗਿਣਤੀ ਦੇ ਵਿੱਚ ਆਏਗਾ, ਪਰ ਉੱਚਾ ਰਹਿਣ ਵਾਲਾ ਮੇਰੂ ਕਦੀ ਵੀ ਗਿਣਤੀ ਦੇ ਵਿੱਚ ਨਹੀਂ ਆਉਂਦਾ। ਇਸ ਉੱਚੇਪਣ ਦਾ ਅਸੀਂ ਕੀ ਕਰਨਾ ਹੈ? ਜਿਹੜਾ ਰੱਬ ਦੇ ਘਰ ਵਿੱਚ ਕਿਸੇ ਗਿਣਤੀ ਦੇ ਵਿੱਚ ਹੀ ਨਾ ਆਵੇ। ਸਿੰਬਲ ਦਾ ਰੁੱਖ ਦੇਖਣ ਨੂੰ ਬੜਾ ਉੱਚਾ ਹੈ, ਪਰ ਉਸ ਦਾ ਉੱਚੇਪਣ ਕਿਸੇ ਅਰਥ ਨਹੀਂ। ਉੱਚਾ ਹੋ ਕੇ ਵੀ ਉਹਦੇ ਪੱਲੇ ਕੁਝ ਨਹੀਂ ਹੈ। ਨਾ ਉਹਦੇ ਪੱਤੇ, ਨਾ ਉਹਦੇ ਫੁੱਲ, ਨਾ ਉਹਦੇ ਫਲ। ਬਕਬਕਾ ਕਿਸੇ ਕੰਮ ਨਹੀਂ ਆਉਂਦਾ ਪਿਆ। ਫਲ ਫਿੱਕੇ, ਫੁੱਲ ਵਕ-ਵਕੇ, ਕੰਮ ਨਾ ਆਵੇ ਪੱਤ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੀਸਰਾ ਪ੍ਰਮਾਣ ਦਿੱਤਾ। ਕਹਿਣ ਲੱਗੇ ਕਿ ਸੱਚ ਜਾਣੀ, ਇੱਲ ਦੀ ਉਡਾਰੀ ਬੜੀ ਉੱਚੀ ਹੈ। ਕਿਸੇ ਅਸਮਾਨ ਦੇ ਸਿਖਰ ਦੇ ਉੱਪਰ ਜਾ ਕੇ ਇੱਲ ਉੱਡਦੀ ਪਈ ਏ, ਤੇ ਜਿੰਨੀ ਉੱਚੀ ਇੱਲ ਉੱਡਦੀ ਪਈ ਹੈ, ਮਤ ਸਮਝੀ ਕਿ ਉੱਚੇ ਖਿਆਲਾਂ ਵਾਲੇ, ਉੱਚੀਆਂ ਗੱਲਾਂ ਕਰਨ ਵਾਲੇ, ਉੱਚੀਆਂ ਗੱਲਾਂ ਲਿਖਣ ਵਾਲਿਆਂ ਦੀ ਮੱਤ ਵੀ ਓਨੀ ਉੱਚੀ ਹੋਵੇਗੀ। ਭਾਈ ਗੁਰਦਾਸ ਜੀ ਕਹਿੰਦੇ ਇਸ ਭੁਲੇਖੇ ਦੇ ਵਿੱਚ ਨਾ ਰਹੀ। ਇੱਲ ਸਭ ਤੋਂ ਉੱਚੀ ਉੱਡਦੀ ਏ, ਪਰ ਵਿਰਤੀ ਇੰਨੀ ਨੀਵੀਂ ਹੈ ਕਿ ਉੱਚੀ ਉੱਡ ਕੇ ਵੀ ਮਰੇ ਹੋਏ ਪਿੰਜਰ ਦੇਖ ਕੇ, ਮਰੇ ਹੋਏ ਪਿੰਜਰਾਂ ਦੇ ਵੱਲ ਆਪਣਾ ਧਿਆਨ ਰੱਖਦੀ ਹੈ। ਉਹਦੀ ਉੱਚੀ ਉਡਾਰੀ ਕਿਸੇ ਲੇਖੇ ਦੇ ਵਿੱਚ ਨਹੀਂ, ਕਿਉਂਕਿ ਉਹਦੇ ਅੰਦਰ ਦੀ ਵਿਰਤੀ ਅੱਤ ਦੀ ਨੀਵੀਂ ਹੈ। ਤੋ ਭਾਈ ਗੁਰਦਾਸ ਜੀ ਕਹਿੰਦੇ ਦੇਖੀ ਉੱਚੀ ਮੱਤ ਦੀਆਂ ਗੱਲਾਂ ਨਾ ਕਰੀ ਜਾਈ, ਕਿਤੇ ਉੱਚੇ ਖਿਆਲਾਂ ਨਾਲ ਲੋਕਾਂ ਨੂੰ ਕੀਲੀ ਨਾ ਜਾਈ। ਦੇਖ ਉੱਚੇ ਖਿਆਲ ਕਹਿਣ ਦੇ ਨਾਲ ਮੱਤ ਉੱਚੀ ਨਹੀਂ ਹੁੰਦੀ। ਮੱਤ ਤਾਂ ਉੱਚੀ ਹੁੰਦੀ ਹੈ ਜੇ ਇਹਦੇ ਉੱਪਰ ਗੁਰੂ ਦੇ ਸ਼ਬਦ ਦਾ ਕੁੰਡਾ ਹੋਵੇ। ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿੱਚ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵਚਨ ਹਨ, ਜੈਸੇ ਮਾਲਾ ਮੇਰ ਪੂਈਅਤ ਸਭ ਉੱਪਰ ਕੈ, ਸਿਮਰਨ ਸੰਖਿਆ ਮੇ ਨਾ ਆਵਤ ਵਢਾਈ ਕੈ।
जैसे बिरखन विखै पेखीऐ संबल उच्चो, निहफल भयो सो अत अधिकाई कै। जैसे ईल पंछन में ऊडत आकाश चारी, हेरै मिरत पिंजरन ऊंचे मत पाई कै। जे लिखण दे विच मेरे शब्द उच्चे होण, पर मेरे अपने अंदर दा इखलाक नीवा होवे, तां सच जाणिओ ਉਹ ਉੱਚੀ ਮੱਤ ਨਹੀਂ ਹੈ। ਜੇ ਮੈਂ ਵਿਆਖਿਆ ਉੱਚੇ ਸ਼ਬਦਾਂ ਦੀ ਕਰਾਂ ਤੇ ਆਪ ਨੀਵਾਂ ਹੋਵਾਂ ਤਾਂ ਫਿਰ ਇਹੋ ਜਿਹੀ ਮੱਤ ਨੂੰ ਭਾਈ ਸਾਹਿਬ ਜੀ ਕਹਿੰਦੇ ਨੇ। ਤੇ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਵੀ ਵਚਨ ਕੀਤੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾਂ ਕਾਲੀਆਂ ਵਾਹਰ ਚਟਵੀਆਂ। ਕਿਸੇ ਦੇ ਕਿਸੇ ਵੀ ਗੁਣ ਦਾ ਹੰਕਾਰ ਨਾ ਹੋਣਾ ਤਾਂ ਸੱਚ ਜਾਣੀ ਇਹ ਮਨ ਨੀਵਾਂ ਹੈ। ਮਨ ਨੀਵਾਂ ਮਤ ਉੱਚੀ। ਜਦੋਂ ਵੀ ਦਾਤਾ ਕੋਈ ਦਾਤ ਦੇਵੇ ਆਪਣੇ ਅੰਦਰ ਨੂੰ ਸਿੱਖਾ ਨੀਵਿਆਂ ਕਰਕੇ ਆਈ। ਜਿਹੜੇ ਮਨ ਨੀਵੇਂ ਚੱਲ ਕੇ ਨੀਵੇਂ ਰੱਖ ਕੇ ਚੱਲੇ ਉਹਨਾਂ ਨੇ ਸਾਈਂ ਦੇ ਦਰ ਤੇ ਦਾਤਾਂ ਵੀ ਪਾਈਆਂ। ਸਾਹਿਬ ਜੀ ਕਹਿੰਦੇ ਨੇ ਫਿਰ ਮਤ ਉੱਚੀ ਕਿਵੇਂ ਹੋਵੇ? ਮਤ ਉੱਚੀ ਆਪਣੇ ਖਿਆਲਾਂ ਦੇ ਨਾਲ ਨਹੀਂ, ਮਤ ਉੱਚੀ ਹੋਵੇਗੀ ਉੱਚਿਆਂ ਦੀ ਸੰਗਤ ਕਰਕੇ। ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰਨੀ ਹੈ ਕਿ ਉੱਚੀ ਮਤ ਕੀ ਹੈ। ਮਨ ਨੀਵਾਂ ਮਤ ਉੱਚੀ, ਜੋ ਆਪਣਾ ਅਰਦਾਸ ਦਾ ਅੱਜ ਦਾ ਵਿਸ਼ਾ ਹੈ। ਬਾਬਾ ਕਬੀਰ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਆਪਾਂ ਕਰੀਏ ਕਿ ਉੱਚੀ ਮਤ ਕੀ ਹੈ। ਕਬੀਰ ਸਾਹਿਬ ਜੀ ਅੱਜ ਗੰਗਾ ਦੇ ਕਿਨਾਰੇ ਪਏ ਹਨ। ਅਚਨਚੇਤ ਰਾਮਾਨੰਦ ਜੀ ਦਾ ਚਰਨ ਇਹਨਾਂ ਦੇ ਸਿਰ ਨੂੰ ਸਰੀਰ ਨੂੰ ਸਪਰਸ਼ ਕੀਤਾ। ਰਾਮਾਨੰਦ ਜੀ ਦਾ ਚਰਨ ਭਗਤ ਕਬੀਰ ਸਾਹਿਬ ਜੀ ਦੇ ਸਰੀਰ ਨੂੰ ਸਪਰਸ਼ ਕੀਤਾ ਤੇ ਪੈਰ ਨੂੰ ਪਤਾ ਲੱਗਾ ਕਿ ਕੋਈ ਮਨੁੱਖ ਪਿਆ। ਤੇ ਬਸ ਇੱਕੋ ਸ਼ਬਦ ਕਿਹਾ ਸੀ ਰਾਮਾਨੰਦ ਜੀ ਨੇ, ਉੱਠ ਰਾਮ ਕੇ ਰਾਮ ਬੋਲ। ਅੱਗੇ ਭਾਈ ਗੁਰਦਾਸ ਜੀ ਨੇ ਗੱਲ ਕਹੀ ਕਿ ਉਹ ਉੱਚੀ ਮੱਤ ਕਿਵੇਂ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਹੈ, ਹੋਏ ਬਿਰਕਤ ਵਿਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਨ ਤਾਈ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾਇਆ ਬੋਲੋ ਰਾਮ ਸਿੱਖ ਸਮਝਾਈ। ਗੁਰੂ ਦੇ ਸਿੱਖੋ, ਉਹਦੀ ਮੱਤ ਕੀਮਤੀ ਮਾਨਕ ਬਣ ਜਾਂਦੀ ਹੈ ਜਿਹਨੂੰ ਗੁਰੂ ਦੀ ਸਿੱਖੀ ਸੇਧੀ ਕਿਤਿਆਂ ਸਮਝ ਪੈ ਜਾਏ। ਇੱਕ ਸਿੱਖ ਦਾ ਅਰਥ ਹੁੰਦਾ ਹੈ ਇੱਕ ਦਾ ਸਿਮਰਨ। ਅੱਗੇ ਭਾਈ ਸਾਹਿਬ ਜੀ ਕਹਿੰਦੇ ਦੇਖੋ ਅੱਜ ਮੱਤ ਉੱਚੀ ਹੋਣ ਲੱਗੀ ਹੈ। ਇੱਕੋ ਗੱਲ ਕਹੀ, ਜਦੋਂ ਰਾਮਾਨੰਦ ਜੀ ਦਾ ਪੈਰ ਭਗਤ ਕਬੀਰ ਸਾਹਿਬ ਜੀ ਦੇ ਵਿੱਚ ਵੱਜਿਆ, ਰਸਤੇ ਦੇ ਵਿੱਚ ਪਏ ਸਨ, ਕਿਆ ਬੋਲੋ ਰਾਮ ਸਿੱਖ ਸਮਝਾਈ। ਅੱਗੇ ਸ਼ਬਦ ਵਰਤੇ, ਜਿਉਂ ਲੋਹਾ ਪਾਰਸ ਸੂਹੈ, ਜਿਉਂ ਲੋਹਾ ਪਾਰਸ ਸੂਹੇ, ਚੰਦਨ ਵਾਸ ਨਿੰਮ ਮਹਿਕਾਈ। ਕਹਿੰਦੇ ਨੇ ਜਿਵੇਂ ਪਾਰਸ ਨੂੰ ਲੋਹਾ ਟੱਚ ਕਰ ਜਾਏ ਤੇ ਸੋਨਾ ਬਣ ਜਾਂਦਾ, ਚੰਦਨ ਦੇ ਨੇੜੇ ਨਿੰਮ ਹੋਵੇ ਤਾਂ ਉਹਦੇ ਵਿੱਚ ਮਹਿਕ ਆਉਣ ਲੱਗ ਪੈਂਦੀ ਏ। ਜਦੋਂ ਕਿਸੇ ਨੂੰ ਅੰਦਰੋਂ ਸਿਮਰਨ ਦੀ ਸੂਹ ਮਿਲ ਜਾਏ ਗੁਰੂ ਦੇ ਸਿੱਖੋ ਤਾਂ ਇੱਕ ਖਿਣ ਵਿੱਚ ਉਹਦੀ ਮਲੀਨ ਮਤ ਨਿਰਮਲ ਹੋ ਜਾਂਦੀ ਏ। ਨੀਵੀਂ ਰਹਿਣ ਵਾਲੀ ਮਤ ਉੱਚੀ ਹੋ ਜਾਂਦੀ ਏ। ਕਹਿਣ ਲੱਗੇ ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਝਰਨਾ ਝਰਦਾ ਨਿਜਰੋ ਗੁਰਮੁਖ ਬਾਣੀ, ਅਗੜ ਕਢਾਈ ਰਾਮ ਕਮੀਰੈ ਭੇਦ ਨਾ ਪਾਈ। ਗੁਰੂ ਦੀ ਬਾਣੀ ਅਘੜ ਮਨਾਂ ਨੂੰ ਘੜ ਦਿੰਦੀ ਏ। ਉੱਥੇ ਕਬੀਰ ਜੀ ਨੇ ਇੱਕ ਰਾਮ ਨੂੰ ਪੱਲੇ ਬੰਨਿਆ। ਇੰਨਾ ਉਹਨਾਂ ਨੇ ਸਿਮਰਨ ਨੂੰ ਪਰਪੱਕ ਕੀਤਾ ਕਿ ਅੱਜ ਉਸ ਕਬੀਰ ਜੀ ਨੂੰ ਜਦੋਂ ਪੁੱਛਿਆ ਉਹਨਾਂ ਦੇ ਮਤ ਦੇ ਬਾਰੇ ਤਾਂ ਉਹਨਾਂ ਨੇ ਉੱਤਰ ਬੜਾ ਸੋਹਣਾ ਦਿੱਤਾ। ਕਹਿਣ ਲੱਗੇ ਮੇਰੀ ਪਹਿਲੀ ਮਤ ਮਰ ਗਈ, ਪਹਿਲੀ ਕਰੂਪ ਕੁਜਾਤ ਕੁਲਖਣੀ ਸਹੁਰੈ ਪਈ ਹੈ ਬੁਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਨੀਵੀਂ ਅਕਲ ਸੀ
ਕਹਿਣ ਲੱਗੇ ਉਹਦੀ ਸ਼ਕਲ ਚੰਗੀ ਨਹੀਂ ਸੀ। ਜਿਹੜੀ ਮੇਰੀ ਪਹਿਲਾਂ ਵਾਲੀ ਮੱਤ ਸੀ, ਕਬੀਰ ਸਾਹਿਬ ਜੀ ਕਹਿੰਦੇ ਉਹਦੀ ਸ਼ਕਲ ਚੰਗੀ ਨਹੀਂ ਸੀ ਮੇਰੀ ਮੱਤ ਦੀ। ਉਹ ਕਿਹੜੀ ਮੱਤ ਸੀ? ਉਸ ਮੱਤ ਦੇ ਵਿੱਚ ਸੀ ਲਾਲਚ, ਉਸ ਮੱਤ ਦੇ ਵਿੱਚ ਸੀ ਹੰਕਾਰ, ਉਸ ਮੱਤ ਦੇ ਵਿੱਚ ਸੀ ਕਾਮ, ਉਸ ਮੱਤ ਦੇ ਵਿੱਚ ਸੀ ਕ੍ਰੋਧ। ਇੰਨੀ ਭੈੜੀ ਮੱਤ ਸੀ ਕਿ ਜਿੱਥੇ ਜਾਣਾ ਲੋਕਾਂ ਨੇ ਧਿਕਾਰਾਂ ਪਾਉਣੀਆਂ, ਲੋਕਾਂ ਨੇ ਫਿਟਕਾਰਾਂ ਪਾਉਣੀਆਂ। ਕਬੀਰ ਸਾਹਿਬ ਜੀ ਕਹਿੰਦੇ ਪਹਿਲੀ ਕਰੂਪ ਵੀ ਸੀ, ਕੁਜਾਤ ਵੀ ਸੀ, ਕੁਲੱਖਣੀ ਵੀ ਸੀ। ਸਹੁਰੇ ਤੇ ਪੇਕੇ ਘਰ ਉਹਨੂੰ ਰੰਚਕ ਮਾਤਰ ਵਿੱਚ ਢੋਈ ਨਹੀਂ ਸੀ। ਤੇ ਹੁਣ ਗੁਰੂ ਸਾਹਿਬ ਨੇ ਮਿਹਰ ਕੀਤੀ, ਅਬ ਕੀ ਸਰੂਪ ਸੁਜਾਨ ਸੁਲੱਖਣੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੁਣ ਸੋਹਣੇ ਰੂਪ ਵਾਲੀ ਮੱਤ ਮੈਨੂੰ ਆ ਗਈ ਏ। ਸੁਜਾਨ ਦਾ ਅਰਥ ਜਿਹਨੂੰ ਬਹੁਤ ਗਿਆਨ ਹੈ। ਅਬ ਕੀ ਸਰੂਪ ਸੁਜਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੂਈ ਮੇਰੀ ਪਹਿਲੀ ਵਰੀ। ਕਹਿੰਦੇ ਬਹੁਤ ਚੰਗਾ ਹੋ ਗਿਆ ਕਿ ਜਿਹੜੀ ਮੇਰੀ ਪਹਿਲਾਂ ਵਾਲੀ ਅਕਲ ਸੀ, ਜਿਹੜੀ ਮੇਰੀ ਪਹਿਲਾਂ ਵਾਲੀ ਮੱਤ ਸੀ, ਉਹ ਮਰ ਗਈ। ਸੱਚ ਜਾਣਿਓ, ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰਕੇ ਆਪਣੀ ਮੱਤ ਨੂੰ ਛੱਡ ਦੇਣਾ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲੈਣਾ, ਇਹੀ ਹੈ ਅੰਦਰ ਦੀ ਮੱਤ। ਗੁਰੂ ਮਿਹਰ ਕਰੇ ਸਾਨੂੰ ਉੱਚੀ ਮੱਤ ਦੇਵੇ। ਸਾਹਿਬ ਜੀ ਕਹਿਣ ਲੱਗੇ ਜੁਗ ਜੁਗ ਜੀਵੋ ਮੇਰੀ ਅਵ ਕੀ ਧਰੀ, ਜਿਹੜੀ ਨਿਰਮਲ ਮੱਤ ਮੈਨੂੰ ਦਿੱਤੀ ਹੈ, ਹੁਣ ਕਿਰਪਾ ਕਰੋ ਇਹ ਮੱਤ ਕਦੀ ਮੇਰੀ ਮਰੇ ਨਾ। ਗੁਰੂ ਸਾਹਿਬ ਨੇ ਇਸੇ ਮੱਤ ਸੰਬੰਧੀ ਕੁਝ ਸ਼ਬਦ ਕਹੇ। ਕਹਿਣ ਲੱਗੇ ਪਿਆਰਿਓ ਅਪੁਸ਼ਟ ਬਾਤ ਤੇ ਭਈ ਸਿਧਰੀ। ਕਹਿਣ ਲੱਗੇ ਤੁਸੀਂ ਮਿਹਰ ਕੀਤੀ ਤੇ ਹੁਣ ਹਰ ਕੰਮ ਸਿੱਧਾ ਹੁੰਦਾ ਪਿਆ ਏ। ਦੂਤ ਦੁਸ਼ਟ ਸਜਣੀ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ ਨਹੀਂ। ਕਹਿੰਦੇ ਮਲੀਨ ਬੁੱਧ ਚੰਗੀ ਬਣ ਜਾਏ ਤਾਂ ਸੱਚ ਜਾਣੋ ਉਹਦਾ ਨਾਮ ਹੈ ਮੱਤ ਉੱਚੀ ਹੋਣੀ। ਰੋਜ਼ ਅਸੀਂ ਬੇਨਤੀ ਕਰਦੇ ਹਾਂ ਕਿ ਦਾਤਾ ਜੀ ਕਿਰਪਾ ਕਰੋ ਸਿੱਖਾਂ ਦਾ ਮਨ ਨੀਵਾਂ। ਅਰਦਾਸ ਦੇ ਵਿੱਚ ਰੋਜ਼ ਬੇਨਤੀ ਕਰਦੇ ਹਾਂ, ਇਹਨਾਂ ਦੇ ਮਨ ਨੂੰ ਨਿਮਰਤਾ ਦੀ ਦਾਤ ਬਖਸ਼ੋ, ਇਹਨਾਂ ਦੇ ਮਨ ਨੂੰ ਝੁਕਣ ਦੀ ਜਾਂਚ ਬਖਸ਼ੋ, ਇਹਨਾਂ ਦੇ ਮਨ ਨੂੰ ਕੁਝ ਗ੍ਰਹਿਣ ਕਰਨ ਦੀ ਜਾਂਚ ਬਖਸ਼ੋ। ਸਿੱਖਾਂ ਦੇ ਮਨ ਨੂੰ ਕਿਰਪਾ ਕਰਕੇ ਨੀਵਾਂ ਰੱਖਿਓ ਤੇ ਇਹਨਾਂ ਦੀ ਮੱਤ ਉੱਚੀ ਹੋ ਜਾਏ। ਰੋਜ਼ ਅਸੀਂ ਅਰਦਾਸ ਕਰਦੇ ਹਾਂ, ਮਨ ਇੰਨਾ ਨੀਵਾਂ ਹੋਵੇ ਕਿ ਬਾਹਰੋਂ ਕੋਈ ਭੇਖ ਨਹੀਂ, ਮੱਤ ਇੰਨੀ ਉੱਚੀ ਹੋਵੇ ਕਿ ਜਦੋਂ ਬੋਲੇ ਤੇ ਲੋਕ ਕਹਿਣ ਵਾਹ। ਜੇ ਕਿਸੇ ਕੋਲ ਗਿਆਨ ਹੈ ਤਾਂ ਕੇਵਲ ਗੁਰੂ ਦੇ ਸਿੱਖ ਦੇ ਕੋਲ ਗਿਆਨ ਹੈ, ਲੋਕ ਕਹਿਣ। ਮਨ ਨੀਵਾਂ ਤੇ ਮੱਤ ਉੱਚੀ ਵਾਲਿਆਂ ਨੂੰ ਬਾਬਾ ਨਾਨਕ ਜੀ ਨੇ ਸ਼ਬਦ ਦਿੱਤੇ, ਜਿਨ ਪੱਟ ਅੰਦਰ ਵਾਹਰ ਗੁੱਦੜ ਤੇ ਭਲੇ ਸੰਸਾਰ। ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਪਿਆਰਿਓ ਜਿਨ੍ਹਾਂ ਦੇ ਮਨ ਉੱਚੇ ਹਨ, ਮੱਤ ਨੀਵੀਂ ਹੈ, ਉਹਨਾਂ ਨੂੰ ਸਾਹਿਬ ਨੇ ਕਿਹਾ ਅੰਦਰੋਂ ਝੂਠੇ ਪੈਜ ਵਾਹਰ। ਮਨ ਟਿੱਬੇ ਦੀ ਤਰ੍ਹਾਂ ਛੇਤੀ ਕਿਤੇ ਝੁਕਦਾ ਨਹੀਂ, ਦੁਨੀਆ ਅੰਦਰ ਫੈਲ। ਜਿਨ੍ਹਾਂ ਦੀ ਮੱਤ ਨੀਵੀਂ ਹੋਵੇ, ਗੁਰੂ ਦੇ ਸਿੱਖੋ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰੀ ਜਾਏ, ਉਹਨਾਂ ਨੂੰ ਨਿਰਮਲਤਾ ਹੀ ਨਹੀਂ ਮਿਲ ਸਕਦੀ। ਜਦੋਂ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੈਨੂੰ ਉਜਲੀ ਮੱਤ ਮਿਲ ਜਾਏ, ਉਜਲੀ ਮੱਤ ਜਦੋਂ ਕਿਤੇ ਮਿਲ ਜਾਏ, ਉੱਚੀ ਮੱਤ ਜਦੋਂ ਕਿਤੇ ਮਿਲ ਜਾਏ, ਤੇ ਉੱਚੀ ਮੱਤ ਵਾਲੇ ਪਾਸੇ ਸਿੱਖ ਬੜਾ ਘੱਟ ਸੋਚਦੇ ਆ। ਜਿਹੜਾ ਸੋਚਣ ਦਾ ਯਤਨ ਕਰੇਗਾ ਉਹਨੂੰ ਵੀ ਘੇਰ ਕੇ ਕਿਸੇ ਤਰੀਕੇ ਨਾਲ ਕਹਿਣਗੇ ਕਿ ਇਹਨੂੰ ਸੁੱਟੋ, ਇਹਨੂੰ ਕਿਵੇਂ ਸੋਹਣੀ ਮੱਤ ਆ ਗਈ। ਇੱਕ ਕਵੀ ਨੇ ਕਵਿਤਾ ਬਣਾਈ ਸੀ ਤੇ ਕਿਹਾ ਸੀ, ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ, ਧੰਨ ਗੁਰੂ ਸਮਰੱਥ ਬਸ ਕੀਤੇ ਜਿਤ ਵੈਰੀ। ਕਹਿੰਦੇ ਜਦੋਂ ਕੋਈ ਮੱਤ ਦੀ ਗੱਲ ਕਰੇਗਾ, ਉੱਚੀ ਗੱਲ ਕਰੇਗਾ, ਸਾਡੇ ਸਮਝ ਨਹੀਂ ਪੈਂਦੀ, ਨਾ ਸਮਝ ਕਰਕੇ ਅਸੀਂ ਉਹਦੇ ਉੱਪਰ ਦੋਸ਼ ਲਗਾ ਕੇ ਉਹਨੂੰ ਸੁੱਟਣ ਦਾ ਯਤਨ ਕਰਦੇ ਆ। ਅੱਜ ਕੋਈ ਗਿਆਨ ਦੀ ਗੱਲ ਕਰਦਾ ਹੈ ਤੇ ਵਿਰੋਧ ਵੀ ਉਸੇ ਬੰਦੇ ਦਾ ਹੁੰਦਾ ਹੈ। ਅਸੀਂ ਦੇਖਦੇ ਹਾਂ ਇੰਟਰਨੈਟ ਤੇ ਵੀਡੀਓ ਆਉਂਦੀਆਂ ਨੇ, ਜੇ ਕੋਈ ਸੱਚ ਦੀ ਗੱਲ ਕਰਦਾ ਤੇ ਵਿਰੋਧ ਹੋ ਰਿਹਾ ਅੱਜ ਉਹਦਾ।
ਤੇ ਜਦੋਂ ਕੋਈ ਮੱਤ ਦੀ ਗੱਲ ਕਰੇਗਾ, ਕਿਸੇ ਵਿਦਵਾਨ ਨੇ ਲਿਖਿਆ, ਕਹਿੰਦੇ ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਜਦੋਂ ਸਾਡੀ ਸਮਝ ਦੇ ਵਿੱਚ ਕੁਝ ਨਾ ਪਵੇ ਤਾਂ ਅਸੀਂ ਉਹਨੂੰ ਸੁੱਟਣ ਦਾ ਯਤਨ ਕਰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿ ਤੇਰੀ ਮੱਤ ਇੰਨੀ ਉੱਚੀ ਹੋਵੇ ਕਿ ਤੇਰੀ ਮੱਤ ਤੋਂ ਸਾਰੀ ਦੁਨੀਆ ਅਗਵਾਈ ਲੈਂਦੀ ਹੋਵੇ। ਉੱਚੀ ਮੱਤ ਹੁੰਦੀ ਹੈ ਸਿਮਰਨ ਦੇ ਨਾਲ। ਫਿਰ ਦਾਤਾ ਮਿਹਰ ਕਰਦਾ ਕਿ ਇੰਨੀ ਉੱਚੀ ਮੱਤ ਦਿੰਦਾ ਹੈ ਕਿ ਇੱਕ ਸਿੱਖ ਕੋਲੋਂ ਸਾਰਾ ਪਿੰਡ ਫਿਰ ਗਿਆਨ ਲੈਣ ਦੇ ਲਈ ਆ ਸਕਦਾ ਹੈ। ਸਾਹਿਬ ਜੀ ਕਹਿੰਦੇ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਤੇ ਇੱਕ ਕਿਰਪਾ ਕਰੀ ਮੱਤ ਦਾ ਰਾਖਾ ਆਪ ਵਾਹਿਗੁਰੂ। ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਹੈ ਕਿ ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ। ਅਰਦਾਸ ਗੁਰਬਾਣੀ ਵਾਰਤਕ ਨਹੀਂ। ਵੈਸੇ ਜੋ ਪੰਥ ਨੇ ਰਵਾਇਤ ਬਣਾ ਦਿੱਤੀ, ਇੱਕ ਇੱਕ ਲਫ਼ਜ਼ ਨੂੰ ਮੰਨਣਾ ਚਾਹੀਦਾ ਹੈ, ਪਰ ਜਿੱਥੇ ਲੋੜ ਹੋਵੇ ਉੱਥੇ ਪੰਥਕ ਰਾਏ ਕਰਕੇ ਇਸ ਸ਼ਬਦ ਨੂੰ ਅੰਕਿਤ ਕਰ ਦੇਣਾ ਚਾਹੀਦਾ ਹੈ। ਗੁਰਬਾਣੀ ਕਹਿੰਦੀ ਹੈ ਕਿ ਮੱਤ ਇਸ ਕਰਕੇ ਚਾਹੀਦੀ ਹੈ, ਮੱਤ ਇਸ ਕਰਕੇ ਕਹੀਦੀ ਹੈ ਕਿ ਮੱਤ ਕਾਇਮ ਰਹੇ ਤਾਂ ਪੱਤ ਆਪਣੇ ਆਪ ਕਾਇਮ ਰਹਿ ਜਾਂਦੀ ਹੈ। ਜੇ ਮੱਤ ਕਾਇਮ ਰਹੇ, ਪੱਤ ਆਪਣੇ ਆਪ ਕਾਇਮ ਰਹਿ ਜਾਂਦੀ ਹੈ। ਨਹੀਂ ਗੁਰੂ ਦੇ ਸਿੱਖੋ, ਭਾਵੇਂ ਮੱਤ ਉੱਚੀ ਹੋਵੇ, ਜਦੋਂ ਪੱਤ ਰੁਲਣ ਤੇ ਆ ਜਾਏ ਤਾਂ ਕੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪੱਤ ਉੱਚੀ ਨਹੀਂ ਸੀ? ਉਹਨਾਂ ਨੇ ਸ਼ਬਦ ਕਿਹਾ ਕਿ ਹਰਜੂ ਰਾਖ ਲਿਹੋ ਪੱਤ ਮੇਰੀ। ਸਿੱਖ ਨੇ ਪੱਤ ਲਈ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਲੀਨ ਕੰਠ ਨਰਹਰ ਨਾਰਾਇਣ ਨੀਲ ਵਸਨ ਬਨਵਾਰੀ। ਪੱਤ ਦਾ ਅਰਥ ਹੈ ਖਾਲਸਾ ਆਪਣੀ ਰੱਖਿਆ ਆਪ ਕਰੇਗਾ। ਪੱਤ ਦਾ ਅਰਥ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਸ ਦਿਨ ਅਸੀਂ ਕਹਾਂਗੇ ਕਿ ਪੱਤ ਅਸੀਂ ਆਪਣੇ ਆਪ ਰੱਖ ਸਕਦੇ ਹਾਂ, ਉਸ ਦਿਨ ਵੀ ਅੰਦਰ ਮੈਂ ਬੋਲੇਗੀ ਤੇ ਤੇਰੀ ਪੱਤ ਦੀ ਲੋੜ ਨਹੀਂ, ਪੱਤ ਦਾ ਰਾਖਾ ਮੈਂ ਆਪ ਹਾਂ। ਹਜੂਰ ਨੇ ਕਿਹਾ ਮੈਨੂੰ ਪ੍ਰੇਮ ਦੀ ਸਿਫਤ ਸਲਾਹ ਕਰਨ ਦੀ ਦਾਤ ਦੇਈ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਪਰਮਾਤਮਾ ਪੱਤ ਰੱਖਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਦਿਨ ਪੱਤ ਰੁਲਦੀ ਦਿਸੇ, ਤੇ ਪੱਤ ਦਾ ਸੰਬੰਧ ਕੇਵਲ ਬਾਹਰ ਦੀ ਪੱਤ ਦੇ ਨਾਲ ਨਹੀਂ, ਪੱਤ ਦਾ ਸੰਬੰਧ ਸਾਡੇ ਅੰਦਰ ਦੇ ਨਾਲ ਵੀ ਹੈ। ਖਿਮਾ ਕਰਿਓ, ਬਾਹਰੋਂ ਕਈ ਵਾਰੀ ਪਤਵੰਤੇ ਹੁੰਦੇ ਹੈ ਤੇ ਅੰਦਰੋਂ ਵਿਕਾਰਾਂ ਦੀ ਮਿੱਟੀ ਪਲੀਤ ਕੀਤੀ ਹੁੰਦੀ ਹੈ। ਬਾਹਰੋਂ ਭੇਖ ਧਰਮੀਆਂ ਵਾਲਾ ਹੁੰਦਾ ਹੈ ਤੇ ਅੰਦਰੋਂ ਰੱਜ ਕੇ ਕੁਕਰਮ ਕਮਾਏ ਜਾਂਦੇ ਹੈ। ਬਾਹਰੋਂ ਬਾਣਾ ਸਾਧੂ ਵਾਲਾ ਹੁੰਦਾ ਹੈ, ਸੰਤਾਂ ਵਾਲਾ ਹੁੰਦਾ ਹੈ, ਤੇ ਅੰਦਰ ਕੰਮ ਅਸਾਧੂਆਂ ਵਾਲੇ ਹੁੰਦੇ ਹੈ। ਅੰਦਰ ਦੀ ਪੱਤ ਲਈ ਵੀ ਸਿੱਖ ਨੇ ਅਰਦਾਸ ਕਰਨੀ ਹੈ। ਜੇ ਅਸੀਂ ਕਹੀਏ ਕਿ ਪੱਤ ਅਸੀਂ ਆਪਣੇ ਆਪ ਢੱਕਦੇ ਹਾਂ, ਨਹੀਂ ਪਿਆਰਿਓ, ਜਿਹੜਾ ਬੰਦਾ ਰੋਜ਼ ਔਗਣ ਫੋਲਦਾ ਹੈ, ਕੁਝ ਸਾਲਾਂ ਤੋਂ ਬਾਅਦ ਔਗਣਾਂ ਦਾ ਪੁਤਲਾ ਬਣ ਜਾਂਦਾ ਹੈ। ਜਿਹੜਾ ਬੰਦਾ ਰੋਜ਼ ਇੱਕ ਇੱਕ ਗੁਣ ਗ੍ਰਹਿਣ ਕਰਨ ਲੱਗਦਾ ਹੈ, ਇੱਕ ਦਿਨ ਉਹ ਗੁਣੀ ਨਿਧਾਨ ਦੇ ਨਾਲ ਮਿਲ ਜਾਂਦਾ ਹੈ। ਜਿਹੜਾ ਬੰਦਾ ਰੋਜ਼ ਨਿੰਦਿਆ ਕਰਨ ਲੱਗਦਾ ਹੈ, ਇੱਕ ਦਿਨ ਉਹ ਨਿੰਦਿਆ ਦਾ ਹੀ ਰੂਪ ਬਣ ਜਾਂਦਾ ਹੈ। ਜੇ ਪਰਮਾਤਮਾ ਦਾ ਚਿੰਤਨ ਕਰਕੇ ਬੰਦਾ ਪਰਮਾਤਮਾ ਬਣ ਜਾਂਦਾ ਹੈ ਤਾਂ ਔਗਣਾਂ ਦਾ ਚਿੰਤਨ ਕਰਨ ਵਾਲਾ ਖੁਦ ਹੀ ਔਗਣ ਬਣ ਜਾਂਦਾ ਹੈ। ਪਹਿਲੀ ਬੇਨਤੀ ਕਰੀਏ ਕਿ ਦਾਤਾ ਸਿੱਖਾਂ ਦਾ ਮਨ ਨੀਵਾਂ ਰੱਖੀ। ਸਾਨੂੰ ਮਨ ਨੀਵਾਂ ਬਣਾਉਣ ਦੀ ਜਾਂਚ ਆਵੇਗੀ ਗੁਰੂ ਦੀ ਮੱਤ ਲੈ ਕੇ। ਮੱਤ ਉੱਚੀ ਤੋਂ ਭਾਵ ਇਹਦੇ ਕੋਲ ਸਿਮਰਨ ਵਿੱਚੋਂ ਨਿਕਲੀ ਹੋਈ ਮੱਤ ਹੋਵੇ, ਰੱਬੀ ਗਿਆਨ ਦੀ ਇਹਦੇ ਕੋਲ ਮੱਤ ਹੋਵੇ, ਇਹਦੇ ਕੋਲ ਬੰਦਗੀ ਦੇ ਵਿੱਚੋਂ ਨਿਕਲੀ ਹੋਈ ਮੱਤ ਹੋਵੇ। ਤੇ ਅਗਲੀ ਕਿਰਪਾ ਕਰੀ ਮੱਤ ਦਾ ਰਾਖਾ ਆਪ ਵਾਹਿਗੁਰੂ। ਸਾਹਿਬ ਕਹਿੰਦੇ ਦਾਤਾ ਮਿਹਰ ਕਰੀ ਸਿੱਖਾਂ ਦਾ ਮਨ ਨੀਵਾਂ ਹੋ ਜਾਏ, ਇਹਨਾਂ ਦੀ ਮੱਤ ਉੱਚੀ ਹੋ ਜਾਏ, ਤੇ ਉਹ ਮੱਤ ਦੇਈ ਜਿਹਦੇ ਨਾਲ ਤੇਰਾ ਨਾਮ ਨਾ ਭੁੱਲੇ, ਉਹ ਮੱਤ ਦੇਈ ਜਿਹਦੇ ਨਾਲ ਤੇਰਾ ਚਿੰਤਨ ਚੱਲਦਾ ਰਹੇ। ਮੱਤ ਦਾ ਰਾਖਾ ਮੇਰਾ ਵਾਹਿਗੁਰੂ ਆਪ ਹੋਵੇ। ਜਿਨ੍ਹਾਂ ਦੀ ਮੱਤ ਦਾ ਰਾਖਾ ਆਪ ਬਣੇਗਾ, ਦਾਤਾ ਤਾਂ ਮਿਹਰ ਕਰੇ ਉਹਨਾਂ ਦੀ ਪੱਤ ਵੀ ਰੱਖੇ, ਤੇ ਜਿਨ੍ਹਾਂ ਦੀ ਪੱਤ ਉਹ ਰੱਖ ਲਏ, ਫਿਰ ਉਹ ਕਹਿੰਦੇ ਨੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ ਕਰ ਕਿਰਪਾ, ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰਹਿ ਕਰਾਵਹਿ ਸੁਆਮੀ, ਸਾ ਮਸਲਤ ਪ੍ਰਵਾਨ। ਜੋ ਤੂੰ ਕਰਹਿ
करावह स्वामी सा मसलत प्रवान रहाओ पत परमेसर गत नारायण धन गोपाल गुण साखी चरण सरन नानक दास हर हर संति एह विद जाती। ਉਹ ਕਹਿੰਦਾ ਮੇਰੇ ਦਾਤਾ ਜੀ ਤੁਸੀਂ ਕਿਰਪਾ ਕਰੋ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਸਾਹਿਬ ਕਿਰਪਾ ਕਰਨ ਸਾਡਾ ਮਨ ਨੀਵਾਂ ਹੋ ਜਾਏ, ਮੱਤ ਦਾ ਉੱਚਾਪਣ ਸਾਨੂੰ ਮਿਲੇ। ਰੋਜ਼ ਅਰਦਾਸ ਕਰਦੇ ਹਾਂ ਕਿਤੇ ਕੀਤੀ ਹੋਈ ਸਾਡੀ ਅਰਦਾਸ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏ। ਮੱਤ ਉੱਤੇ ਗੁਰੂ ਬੈਠਾ ਹੋਵੇ, ਗੁਰਮਤ ਹੋਵੇਗੀ ਤਾਂ ਮੱਤ ਉੱਚੀ ਹੋਵੇਗੀ। ਜੇ ਮਨ ਦੇ ਪਿੱਛੇ ਤੁਰੇਗੀ ਤਾਂ ਜਿਹੜੀ ਮੱਤ ਹੈ ਨੀਵੀਂ ਹੋ ਜਾਏਗੀ। ਸਤਿਗੁਰੂ ਮਿਹਰ ਕਰਨ। ਇੰਨੀਆਂ ਬੇਨਤੀਆਂ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ। ਸਾਹਿਬ ਜੀ ਕਿਰਪਾ ਕਰਨ। ਜੋ ਅੱਗੇ ਅਸੀਂ ਅਰਦਾਸ ਦੇ ਵਿੱਚ ਵਚਨ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਜੋ ਸ਼ਬਦ ਦੀ ਵਿਚਾਰ ਹੈ, ਅਰਦਾਸ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਮੰਗਣਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰੇ ਕੱਲ੍ਹ ਨੂੰ ਆਪਾਂ ਇਹ ਜੋ ਸ਼ਬਦ ਦੀ ਵਿਚਾਰ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਨ ਦਾ ਯਤਨ ਕਰਾਂਗੇ। ਸਮਾਪਤੀ ਦਾ ਸਮਾਂ ਹੁਣ ਹੋ ਗਿਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਲ ਮਿਲ ਕੇ ਅਰਦਾਸ ਬੇਨਤੀ ਕਰੀਏ। ਸਤਿਗੁਰੂ ਜੀ ਕਿਰਪਾ ਬਣਾਈ ਰੱਖੇ ਸਾਡੇ ਸਭ ਤੇ। ਜਿੰਨੇ ਵੀ ਮਾਈ ਭਾਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ, ਗੁਰੂ ਦਾਤੇ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ। ਸੱਚੇ ਪਾਤਸ਼ਾਹ ਕਿਰਪਾ ਕਰੀ ਸਾਡਾ ਮਨ ਨੀਵਾਂ ਹੋ ਜਾਏ ਤੇ ਮੱਤ ਸਾਡੀ ਉੱਚੀ ਹੋ ਜਾਏ। ਜੇ ਮੱਤ ਉੱਚੀ ਹੋਵੇਗੀ ਤਾਂ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਸਤਿਗੁਰੂ ਜੀ ਕਿਰਪਾ ਬਣਾਈ ਰੱਖੇ। ਜਿੰਨੇ ਵੀ ਸਰੀਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ ਤੇ ਰਸਨਾ ਸਫਲ ਬਣਾਓ। ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਦਾਤੇ ਦੇ ਚਰਨਾਂ ਦੇ ਵਿੱਚੋਂ ਨਾਮ ਦਾਨ ਦੀ ਮੰਗ ਕਰੀਏ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਰੀ ਸੰਗਤ ਬੋਲ ਕੇ ਰਸਨਾ ਸਫਲ ਕਰੋ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤਮ ਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਕਰਮੀ ਆਪੋ ਆਪਨੀ, ਕੇ ਨੇੜੇ ਕੇ ਜਿਨੀ ਨਾਮ ਤੇ ਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਜਿਨੀ ਨਾਮ ਤੇ ਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ